बिस्मिल्लाहिर्रहमानिर्रहीम। वेलकम करना मैं दोनों अपने यूट्यूब चैनल ਤੇ ਉਮੀਦ ਕਰਨਾ ਤੁਸੀਂ ਸਾਰੇ ਖੈਰਿਅਤ ਨਾਲ ਹੋਵੋਗੇ। ਤੁਹਾਡੀ ਈਦ ਵੀ ਮੇਰੇ ਤਰ੍ਹਾਂ ਬਿਹਤਰ ਗੁਜ਼ਰੀ ਹੋਵੇਗੀ। ਸਾਡੀ ਈਦ ਤਾਂ ਫਿਰ ਟੈਨਸ਼ਨਾਂ 'ਚ ਪਰੇਸ਼ਾਨੀਆਂ 'ਚ ਕਦੀ ਬਹਿ ਕੇ ਗੁਜ਼ਰੀ ਏ ਅਤੇ ਉਮੀਦ ਕਰਨਾ ਤੁਸੀਂ ਸਾਰੇ ਖੈਰਿਅਤ ਨਾਲ ਹੋਵੋਗੇ। ਅਤੇ ਇਹ ਮੈਂ ਗਿਆ ਸਾਂ ਆਪਦੇ ਪਿੰਡ ਈਦ ਦੇ ਦੂਸਰੇ ਦਿਨ ਅਸੀਂ ਗਏ ਸਾਂ ਆਪਦੇ ਪਿੰਡ ਅਤੇ ਇਹਦਾ ਦੂਸਰਾ ਦਿਨ ਪਿੰਡ ਵਿੱਚ ਇੰਜੋਏ ਕਰਨ ਗਏ ਸਾਂ ਜਿੱਥੇ ਗੰਦਮ ਬੀਜੀ ਹੋਈ ਉੱਥੇ। ਅਤੇ ਆ ਵੇਖ ਲਓ ਗੰਦਮ ਦਾ ਸੀਜ਼ਨ ਸਟਾਰਟ ਹੋ ਚੁੱਕਾ ਹੈ। ਮੇਰਾ ਵਲੋਗ ਅੱਜ ਦਾ ਵਲੋਗ ਸਿਰਫ ਗੰਦਮ ਦੇ ਬਾਰੇ ਕਿ ਗੰਦਮ ਦੀ ਫਸਲ ਦੇ ਬਾਰੇ ਅੱਜ ਦਾ ਮੈਂ ਵਲੋਗ ਕਰ ਰਿਹਾ ਕਿ ਗੰਦਮ ਦੀ ਫਸਲ ਕਿਸ ਤਰ੍ਹਾਂ ਹੁੰਦੀ ਹੈ। ਅਤੇ ਹੁਣ ਗੰਦਮ ਦੀ ਫਸਲ ਦਾ ਹੋ ਗਿਆ ਸੀਜ਼ਨ ਸਟਾਰਟ ਅਤੇ ਫਿਰ ਇਸ ਲਈ ਮੈਂ ਆਖਿਆ ਤੁਹਾਨੂੰ ਅੱਜ ਗੰਦਮ ਦੇ ਬਾਰੇ ਵਲੋਗ ਬਣਾ ਕੇ ਸਾਨੂੰ ਵਿਖਾਈਏ ਕਿਉਂਕਿ ਹੁਣ ਗੰਦਮ ਦੀ ਕਟਾਈ ਸ਼ੁਰੂ ਹੋਣ ਲੱਗੀ ਹੈ ਪੱਕਣ ਤੋਂ ਬਾਅਦ। ਅਤੇ ਇਹ ਵੇਖ ਸਕਦੇ ਜਿਵੇਂ ਗੰਦਮ ਦੀ ਫਸਲਾਂ 'ਚੋਂ ਗੁਜ਼ਰ ਰਹੇ ਹਾਂ ਇਸ ਟਾਈਮ ਜ਼ਮੀਨ ਸੋਨਾ ਉਗਰ ਰਹੀ ਹੈ ਮਤਲਬ ਗੰਦਮ ਵੇਖ ਲਓ ਸੋਨੇ ਰੰਗਾ ਰੰਗ ਹੈ ਗੰਦਮ ਦਾ ਕਿੱਡਾ ਪਿਆਰਾ ਫਸਲਾਂ ਲੱਗ ਰਹੀਆਂ ਨੇ ਗੰਦਮ ਦੀਆਂ ਪੱਕੀਆਂ ਹੋਈਆਂ। ਮੈਂ ਤੁਹਾਨੂੰ ਵਿਖਾ ਰਿਹਾ ਨਾਲ ਫੋਕਸ ਮਾਰ ਕੇ ਕਿ ਕਿਸ ਤਰ੍ਹਾਂ ਲੱਗਦੀਆਂ ਨੇ ਗੰਦਮ ਦੀਆਂ ਫਸਲਾਂ ਵੇਖਦੇ ਚਲੋ ਨਾਲ ਫਸਲਾਂ ਕਿੰਨੀਆਂ ਪਿਆਰੀਆਂ ਨੇ। ਅਤੇ ਇਹ ਸੀਜ਼ਨ ਹੁਣ ਸ਼ੁਰੂ ਹੈਗਾ ਗੰਦਮ ਦਾ ਅਤੇ ਇਹ ਵੇਖ ਲਓ ਹੁਣ ਗੰਦਮ ਕਿੱਥੋਂ ਸ਼ੁਰੂ ਹੋਈ ਹੁਣ 6 ਮਹੀਨੇ 'ਚ ਆ ਚੁੱਕੀ ਹੈ ਅਤੇ ਹੁਣ ਪੱਕਣ ਤੱਕ ਆ ਚੁੱਕੀ ਹੈ। ਕਿਵੇਂ ਮਰਲੇ ਗੁਜ਼ਰੇ 3 ਪਾਣੀ ਲੱਗੇ ਅਤੇ 3-4 ਖਾਦਾਂ ਲੱਗੀਆਂ ਫਿਰ ਉਸ ਤੋਂ ਬਾਅਦ ਸਪਰੇਅ ਲੈਦਾ ਅਤੇ ਇੰਨੇ ਖਰਚੇ ਤੋਂ ਬਾਅਦ ਹੁਣ ਜਾ ਕੇ ਪੱਕੀ ਹੈ। ਅਤੇ ਅਗਾਂਹ ਹੁਕੂਮਤ ਦੀ ਤਰਫੋਂ ਰੇਟ ਨਾ ਦੇਣਾ ਬਹੁਤ ਜ਼ਿਆਦੀ ਕਿਸਾਨਾਂ ਨਾਲ ਅਤੇ ਅੱਲਾ ਕਿਸਾਨਾਂ ਦਾ ਭਲਾ ਕਰੇ ਆਮੀਨ। ਅਤੇ ਵੇਖ ਸਕਦੇ ਜੇ ਤੁਸੀਂ ਫਸਲਾਂ ਕਿਸ ਤਰ੍ਹਾਂ ਪਿਆਰੀਆਂ ਲੱਗ ਰਹੀਆਂ ਨੇ। ਹੁਣ ਇਸੇ ਗੰਦਮ ਤੋਂ ਜਿਹੜੇ ਪਕਾਈ ਹੋਣੀ ਹੈ ਫਿਰ ਨਾਲ ਮਸ਼ੀਨ ਲੱਗੇਗੀ ਥ੍ਰੈਸ਼ਰ ਲੱਗੇਗੀ ਕੋਈ ਹਾਰਵੈਸਟਰ ਲਵਾਏਗਾ ਅਤੇ ਫਿਰ ਗੰਦਮ ਨਿਕਲੇਗੀ। ਫਿਰ ਇਸ ਤੋਂ ਇਹਦੇ ਤੋਂ ਤੂੜੀ ਲਈ ਜਾਂਦੀ ਹੈ। ਤੂੜੀ ਕਿਹੜੀ ਹੁੰਦੀ ਹੈ ਉਹ ਹੁੰਦੀ ਹੈ ਤੂੜੀ ਹੁੰਦੀ ਹੈ ਮੋਸ਼ਿਆਂ ਦੇ ਚਾਰੇ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ। ਉਹਨਾਂ ਦੇ ਚਾਰੇ ਵਿੱਚ ਪਾ ਕੇ ਦਿੱਤੀ ਜਾਂਦੀ ਹੈ ਮੋਸ਼ਾਂ ਨੂੰ ਖਵਾਈ ਜਾਂਦੀ ਹੈ। ਤੂੜੀ ਜਿਹੜੀ ਹੁੰਦੀ ਹੈ ਉਹ ਵੀ ਇਸ ਗੰਦਮ ਤੋਂ ਹਾਸਲ ਕੀਤੀ ਜਾਂਦੀ ਹੈ। ਮੈਦਾ ਆਟਾ ਹਰ ਚੀਜ਼ ਆਪਾਂ ਇਸ ਗੰਦਮ ਤੋਂ ਹਾਸਲ ਕਰਦੇ ਹਾਂ। ਅਤੇ ਹੁਣ ਵੇਖੋ ਇਹ ਪੱਕਣ 'ਤੇ ਆ ਚੁੱਕੀ ਹੈ। ਇਹਦੇ ਸਭ ਤੋਂ ਕਟਾਈ ਦੇ ਮਲਾਇਰ ਮੈਂ ਤੁਹਾਨੂੰ ਦੱਸ ਦੇਣਾ ਸਭ ਤੋਂ ਪਹਿਲੇ ਪੱਕੇਗੀ ਪੱਕਣ ਤੋਂ ਬਾਅਦ ਫਿਰ ਇਹਨੂੰ ਕਟਵਾਇਆ ਜਾਂਦਾ ਹੈ ਬੰਦਿਆਂ ਤੋਂ ਮਜ਼ਦੂਰੀ ਕਰਨ ਅਤੇ 1 ਕਿੱਲੇ ਦੀ ਮੈਂ 3 ਜਾਂ 4 ਮਣ ਚੱਲ ਰਹੀ ਹੈ ਇਸ ਟਾਈਮ ਦਿਹਾੜੀ 1 ਕਿੱਲੇ ਵਿੱਚ ਗੰਦਮ ਦੀ। ਅਤੇ ਉਸ ਤੋਂ ਬਾਅਦ ਫਿਰ ਕਟਾਈ ਕਰਨ ਤੋਂ ਬਾਅਦ ਇਹਨਾਂ ਨੂੰ ਫਿਰ ਬੰਨ੍ਹਿਆ ਜਾਂਦਾ ਹੈ। ਬੰਨ੍ਹਣ ਤੋਂ ਬਾਅਦ ਫਿਰ ਇਸ ਫਸਲ ਨੂੰ ਅੱਗੇ ਤਿਆਰ ਕੀਤਾ ਜਾਂਦਾ ਹੈ ਅਗਲੇ ਮਰਲੇ ਵਾਸਤੇ ਫਿਰ ਰੱਖ ਦਿੱਤਾ ਜਾਂਦਾ ਹੈ। ਜਿਸ ਲਈ ਮਸ਼ੀਨ ਲੱਭ ਜਾਏ ਥ੍ਰੈਸ਼ਰ ਉਹ ਥ੍ਰੈਸ਼ਰ ਲਿਆ ਕੇ ਇਹਨੂੰ ਫਿਰ ਮਸ਼ੀਨ ਲਾਈ ਜਾਂਦੀ ਹਾਰਵੈਸਟਿੰਗ ਹੁੰਦੀ ਇਹਦੀ ਗੰਦਮ ਦੀ ਫਸਲ ਦੀ। ਹਾਰਵੈਸਟਿੰਗ ਹੋਣ ਤੋਂ ਬਾਅਦ ਫਿਰ ਇਹਨੂੰ ਨਾ ਅਗਲੇ ਹਫ਼ਤੇ ਚੰਗੀ ਤਰ੍ਹਾਂ ਇਸ ਗੰਦਮ ਦੀ ਫਸਲ ਨੂੰ ਹਾਰਵੈਸਟਿੰਗ ਕਰਨ ਤੋਂ ਬਾਅਦ ਅਗਲੇ ਮਰਲੇ ਵਾਸਤੇ ਫਿਰ ਕੀਤਾ ਜਾਂਦਾ ਹੈ ਮਸ਼ੀਨ ਵਿੱਚ ਹਾਰਵੈਸਟਿੰਗ ਹੁੰਦੀ ਹੈ ਸੱਟਿਆ ਜਾਂਦਾ ਹੈ। ਫਿਰ ਇੱਕ ਤਰਫ ਗੰਦਮ ਨਿਕਲ ਹੁੰਦੀ ਹੈ ਦੂਸਰੀ ਤਰਫ ਜੋ ਕਿ ਤੂੜੀ ਗੱਠਾ ਹੁੰਦਾ ਹੈ ਉਹ ਤੂੜੀ ਬਾਅਦ 'ਤੇ ਦੂਜੇ ਪਾਸੇ ਚਲਾ ਜਾਂਦਾ ਹੈ ਤੂੜੀ ਲਹਿਦਾ ਹੋ ਜਾਂਦੀ ਹੈ। ਫਿਰ ਉਸ ਤੂੜੀ ਨੂੰ ਦਾ ਵੀ ਰੇਟ ਅੱਜ ਕੱਲ੍ਹ 30-40 ਹਜ਼ਾਰ ਰੁਪਈਆ ਹੈਗਾ 1 ਕਿੱਲੇ ਦਾ ਤੂੜੀ ਦਾ ਰੇਟ ਵੀ। ਅਤੇ ਕੁਛ ਬੰਦੇ ਵੇਚ ਲੈਂਦੇ ਨੇ ਅਤੇ ਕੁਛ ਹੁੰਦੇ ਨੇ ਆਪਦੇ ਫਸਲਾਂ ਮੱਝਾਂ ਵਾਸਤੇ ਰੱਖ ਲੈਂਦੇ ਨੇ ਉਹਨਾਂ ਚਾਰੇ ਵਿੱਚ ਪਾ ਕੇ ਮੱਝਾਂ ਨੂੰ ਖਿਲਾਉਂਦੇ ਨੇ। ਇਹ ਜੇ ਮਤਲਬ ਗੰਦਮ ਦੀ ਫਸਲ ਦਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵੇਚਿਆ ਜਾਂਦਾ ਹੈ। ਵੇਚਣ ਤੋਂ ਬਾਅਦ ਫਿਰ ਇਹਨਾਂ ਰੇਟ ਲਏ ਜਾਂਦੇ ਜੋ ਕਿ ਇਸ ਸਾਲ ਬਹੁਤ ਕਮ ਰੇਟ ਹੈ ਕਿਸਾਨਾਂ ਨੇ ਖਰਚਾ ਬਹੁਤ ਹੋਇਆ ਰੇਟ ਉਹ ਨਹੀਂ ਮਿਲ ਰਿਹਾ ਜੋ ਕਿ ਬਹੁਤ ਅਫਸੋਸ ਦੀ ਗੱਲ ਹੈ। ਫਿਰ ਉਸ ਤੋਂ ਬਾਅਦ ਦੂਸਰਾ ਤਰੀਕਾ ਹੁੰਦਾ ਹੈ ਗੰਦਮ ਦੀ ਫਸਲ ਦਾ ਦੂਸਰਾ ਤਰੀਕਾ ਹੈਗਾ ਹੈ ਹਾਰਵੈਸਟਰ ਲਾਉਣ ਵਾਲਾ। ਹਾਰਵੈਸਟਰ ਲਾਈ ਜਾਂਦੀ ਗੰਦਮ ਦੀ ਫਸਲ ਨੂੰ ਹਾਰਵੈਸਟਿੰਗ ਦੇ ਦੌਰਾਨ ਫਿਰ ਤੂੜੀ ਨਹੀਂ ਨਿਕਲਦੀ ਹੁਣ ਤਾਂ ਮਸ਼ੀਨ ਆ ਗਈ ਹੈ ਤੂੜੀ ਕੱਢਣ ਵਾਲੀ ਵੀ। ਹਾਰਵੈਸਟਰ ਦੇ ਜ਼ਰੀਏ ਫਿਰ ਗੰਦਮ ਨੂੰ ਕੱਟਿਆ ਜਾਂਦਾ ਉਹ ਸਾਰੀ ਕੱਟ ਤੋਂ ਉਵੇਂ ਗੰਦਮ ਕੱਢੀ ਰੱਖਦੀ ਨਾਲ। ਅਤੇ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ। ਅੱਜ ਦਾ ਬਹੁਤ ਸਾਰਾ ਖਿਆਲ ਰੱਖਿਆ ਜੀ ਦੁਆ ਵਿੱਚ ਯਾਦ ਰੱਖਿਆ ਜੀ ਇਸ ਦੁਆ ਨਾਲ ਕਿ ਅੱਲਾ ਕਿਸਾਨਾਂ ਦਾ ਭਲਾ ਕਰੇ ਉਹਨਾਂ ਨੂੰ ਅੱਛੇ ਰੇਟ ਦੇਵੇ ਕਿਸੇ ਕਿਸਾਨ ਨੂੰ
ਵੇਖ ਸਕਦੇ ਜੇ ਗੰਦਮ ਦੀ ਕਟਾਈ ਹੋ ਚੁੱਕੀ ਸੀ ਸਟਾਰਟ। ਉਹ ਅਸੀਂ ਚੰਗੀ ਤਰ੍ਹਾਂ ਵੇਖੀ, ਚੰਗੀ ਤਰ੍ਹਾਂ ਸਿੱਟਿਆਂ ਨੂੰ ਵੇਖਿਆ ਗੰਦਮ ਦਿਆਂ ਨੂੰ, ਕਿਉਂਕਿ 1 ਕਿੱਲੇ ਵਿੱਚ ਜੇ 3 ਕਨਾਲਾਂ ਦੀ ਹੋ ਚੁੱਕੀ ਸੀ ਕਟਾਈ, 5 ਕਨਾਲ ਜੇ ਰਹਿੰਦੀ ਏ। ਉਸ ਤੋਂ ਪਹਿਲੇ ਅਸੀਂ ਜੇ ਬਾਬਾ ਟਾਈਮ 'ਤੇ ਪਹੁੰਚ ਗਏ ਹਾਂ। ਅਸੀਂ ਇਹ ਵੇਖਣ ਤੋਂ ਬਾਅਦ ਫੈਸਲਾ ਕੀਤਾ ਅਸੀਂ ਚੰਗੇ ਰਹਿ ਗਏ ਕਿ ਅਸੀਂ ਟਾਈਮ 'ਤੇ ਪਹੁੰਚ ਚੁੱਕੇ ਹਾਂ। ਅਤੇ ਕਟਾਈ ਵੇਖਣ ਤੋਂ ਬਾਅਦ ਅਸੀਂ ਫਿਰ ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਮੇਰੇ ਅੱਬੂ ਨੇ ਫਿਰ ਜਦੋਂ ਵੇਖੀ ਅਤੇ ਅਸੀਂ ਫੈਸਲਾ ਕੀਤਾ ਕਿ ਅਸੀਂ ਜਲਦੀ ਕਟਾ ਰਹੇ ਹਾਂ, ਹਫ਼ਤਾ ਕੁ ਜੇ ਰੋਕ ਦਈਏ। ਰੋਕਣ ਦਾ ਫੈਸਲਾ ਕਿਉਂ ਕੀਤਾ, ਉਹਦੀ ਵਜ੍ਹਾ ਇਹ ਸੀ ਕਿ ਅਜੇ ਤਾਈਂ ਕੁਛ ਸਿੱਟੇ ਨਹੀਂ ਪੱਕੇ ਹੋਏ ਸਨ, ਅਤੇ ਫਿਰ ਬਿਹਤਰ ਇਹ ਸੀ ਕਿ ਕੁਛ ਮਹੀਨਾ ਵਾਸਤੇ ਕੁਛ ਦਿਨਾਂ ਵਾਸਤੇ ਕਟਾਈ ਰੋਕ ਦਿੱਤੀ ਜਾਏ। ਅਤੇ ਇਸ ਲਈ ਅਸੀਂ ਹਫ਼ਤੇ ਕੁ ਵਾਸਤੇ ਕਟਾਈ ਰੋਕਣ ਦਾ ਫੈਸਲਾ ਕਰ ਲਿਆ, ਕਿਉਂਕਿ ਗੰਦਮ ਪੱਕੇਗੀ ਅਤੇ ਫਿਰ ਬੰਦਾ ਕੱਟੇ ਨਾ, ਐਵੇਂ ਫਿਰ ਕੱਚੀ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਅਤੇ ਕੁਛ ਨਾ ਬਸ ਇਸ ਵਾਰ ਜਲਦਬਾਜ਼ੀ ਜਿਸ ਕਟਾਈ ਸ਼ੁਰੂ ਹੋ ਚੁੱਕੀ ਸੀ, ਜੋ ਕਿ ਅਸੀਂ ਬਾਬਾ ਟਾਈਮ 'ਤੇ ਪਹੁੰਚ ਗਏ। ਅਤੇ ਜਦੋਂ ਪਹੁੰਚਿਆ ਤਾਂ ਸਾਨੂੰ ਪਤਾ ਲੱਗਿਆ ਕਿ ਅਜੇ ਤਾਈਂ ਗੰਦਮ ਸਹੀ ਤਰ੍ਹਾਂ ਪੱਕੀ ਨਹੀਂ ਹੈ। ਇਹਨੂੰ ਸਹੀ ਤਰ੍ਹਾਂ ਪਕਾਇਆ ਜਾਏ, ਫਿਰ ਇਹਨੂੰ ਕਟਵਾਇਆ ਜਾਏ। ਕਟਵਾਉਣ ਤੋਂ ਬਾਅਦ ਜ਼ਹਿਰੀ ਗੱਲ ਹੈ, ਫਿਰ ਪੈਸਾ ਦਿਹਾੜੀ ਵੀ ਦੇਣੀ ਹੈ, ਸਾਰਾ ਕੁਛ ਕਰਨਾ ਹੈ, ਅਤੇ ਫਿਰ ਬਿਹਤਰ ਇਹ ਹੈ ਕਿ ਤੁਸੀਂ ਜਿਹੜੇ ਪੱਕੇ ਤਾਂ ਉਹਲੇ ਕਟਵਾਓ। ਅਸੀਂ ਇਹ ਸੋਚਿਆ, ਅਤੇ ਫਿਰ ਇਸ ਵਜ੍ਹਾ ਤੋਂ ਅਸੀਂ ਫੈਸਲਾ ਕੀਤਾ ਕਿ ਅਜੇ ਤਾਈਂ ਨਾ ਕੁਛ ਟਾਈਮ ਰੋਕ ਲਈਏ ਇਸ ਕੰਮ ਨੂੰ, ਅਤੇ ਬਿਹਤਰ ਹੀ ਹੈ ਸਾਡੇ ਲਈ। ਅਤੇ ਰੋਕਣ ਦਾ ਫੈਸਲਾ ਕੀਤਾ ਗੰਦਮ ਦੀ ਕਟਾਈ ਨੂੰ, ਇੱਕ ਵਾਰੀ ਰੋਕਣਾ ਹੀ ਬਿਹਤਰ ਸੀ ਉਸ ਟਾਈਮ। ਅਤੇ ਰੋਕਣ ਤੋਂ ਬਾਅਦ ਫਿਰ ਅਸੀਂ ਰੁਕ ਗਏ ਕੁਛ ਟਾਈਮ ਲਈ, ਰੋਕ ਰਹੇ ਹੁਣ। ਜਿਸ ਵੇਲੇ ਕਟਾਈ ਦੁਬਾਰਾ ਹੋਈ ਅਤੇ ਤੁਹਾਨੂੰ ਉਸ ਵੇਲੇ ਵੀ ਮਿਲਾਂਗੇ, ਅਤੇ ਉਸ ਵੇਲੇ ਇਨਸ਼ਾਅੱਲਾ ਥ੍ਰੈਸ਼ਰ ਵੀ ਲੱਗੇਗੀ, ਉਹ ਵੀ ਤੁਹਾਨੂੰ ਵਿਖਾਵਾਂਗੇ ਕਿ ਗੰਦਮ ਦੀ ਹਾਰਵੈਸਟਿੰਗ ਕਿਸ ਤਰ੍ਹਾਂ ਹੁੰਦੀ ਹੈ, ਥ੍ਰੈਸ਼ਰ ਕਿਸ ਤਰ੍ਹਾਂ ਲੱਗਦੀ ਹੈ। ਅਤੇ ਕੋਈ ਹਾਰਵੈਸਟਰ ਵਾਲੀ ਫਸਲ ਮਿਲੀ ਤਾਂ ਉਹ ਵੀ ਮੈਂ ਤੁਹਾਨੂੰ ਵਿਖਾਵਾਂਗਾ ਕਿ ਹਾਰਵੈਸਟਰ ਨਾਲ ਕਿਵੇਂ ਕਟਾਈ ਹੁੰਦੀ ਹੈ। ਅਤੇ ਅਸੀਂ ਫਿਰ ਥ੍ਰੈਸ਼ਰ ਲਵਾ ਰਹੇ ਹਾਂ, ਥ੍ਰੈਸ਼ਰ ਨੂੰ ਹੀ ਤੁਹਾਨੂੰ ਵਿਖਾ ਦਿਆਂਗੇ ਕਿ ਕਿਸ ਤਰ੍ਹਾਂ ਹੁੰਦੀ ਹੈ ਕਟਾਈ, ਅਤੇ ਕਿਸ ਤਰ੍ਹਾਂ ਕਟਾਈ ਹੋਣ ਤੋਂ ਬਾਅਦ ਫਿਰ ਵੇਚੀ ਜਾਂਦੀ ਹੈ, ਅਤੇ ਕਿਸ ਤਰ੍ਹਾਂ ਤੂੜੀ ਨਿਕਲਦੀ ਹੈ, ਸਾਰਾ ਤੁਹਾਨੂੰ ਪ੍ਰੋਸੈਸ ਵਿਖਾਵਾਂਗਾ ਮੈਂ ਅੱਗੇ ਇਨਸ਼ਾਅੱਲਾ ਜਦੋਂ ਕਟਾਈ ਸ਼ੁਰੂ ਹੋਈ। ਅਤੇ ਇਨਸ਼ਾਅੱਲਾ ਉਮੀਦ ਹੈ ਸਾਨੂੰ ਅਗਲੇ ਹਫ਼ਤੇ ਤੱਕ 8-9-10 ਦਿਨਾਂ ਤੱਕ 2 ਹਫ਼ਤੇ ਤੱਕ ਇਨਸ਼ਾਅੱਲਾ ਥ੍ਰੈਸ਼ਰ ਵੀ ਲੱਗ ਜਾਏਗੀ ਸਾਡੀ ਇਸ ਗੰਦਮ ਦੀ ਫਸਲ ਨੂੰ। ਅਤੇ ਫਿਰ ਅੱਲਾ ਕਰੇ ਇਨਸ਼ਾਅੱਲਾ ਸਭ ਦੀ ਫਸਲ ਬਿਹਤਰ ਨਿਕਲੇ, ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲੇ, ਸਾਡੀ ਇਹੀ ਦੁਆ ਹੈ। ਅਤੇ ਇਸ ਦੁਆ ਨਾਲ ਹੀ ਮੈਂ ਵੀ ਚਾਹਾਂਗਾ ਕਿ ਤੁਸੀਂ ਵੀ ਇਸ ਦੁਆ ਵਿੱਚ ਸ਼ਾਮਿਲ ਹੋ ਜਾਓ ਕਿ ਅੱਲਾ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਦੇਵੇ, ਆਮੀਨ। ਜੋ ਕਿ ਉਹਨਾਂ ਮਿਹਨਤ ਕੀਤੀ ਇਸ ਗੰਦਮ ਦੀ ਫਸਲ 'ਤੇ, ਜ਼ਹਿਰੀ ਗੱਲ ਹੈ 6 ਮਹੀਨੇ ਦੀ ਫਸਲ ਹੈ, ਛੋਟੀ ਮੋਟੀ ਫਸਲ ਤਾਂ ਹੈ ਨਹੀਂ। ਅਤੇ ਹੁਕੂਮਤ ਨੂੰ ਵੀ ਹੋਸ਼ ਦੇ ਨਾਖੂਨ ਲੈਣ ਦੀ ਤੌਫੀਕ ਅਤਾ ਫਰਮਾਏ, ਜੋ ਕਿ ਬਹੁਤ ਕਮ ਰੇਟ ਲਾ ਰਹੀ ਹੈ ਇਸ ਗੰਦਮ ਦਾ। ਇਸ ਦੁਆ ਦੇ ਨਾਲ ਮੈਨੂੰ ਦਿਓ ਇਜਾਜ਼ਤ, ਆਪਦਾ ਬਹੁਤ ਸਾਰਾ ਖਿਆਲ ਰੱਖਿਆ ਜੇ, ਔਰ ਮੇਰੇ ਇਸ ਚੈਨਲ ਨੂੰ ਦੋਸਤਾਂ ਨਾਲ, ਫੈਮਿਲੀ ਮੈਂਬਰਸ ਨਾਲ ਸ਼ੇਅਰ ਕਰੋ, ਜ਼ਿਆਦਾ ਸਬਸਕ੍ਰਾਈਬ ਸ਼ੇਅਰ ਕਰੋ, ਤਾਂ ਕਿ ਮੇਰਾ ਚੈਨਲ ਜਲਦੀ ਮੋਨੇਟਾਈਜ਼ ਹੋ ਜਾਏ, ਅਤੇ ਫਿਰ ਇਨਸ਼ਾਅੱਲਾ ਤੁਹਾਨੂੰ ਜ਼ਿਆਦਾ ਵੀਡੀਓ ਵੇਖਣ ਨੂੰ ਮਿਲਣਗੀਆਂ। ਅਤੇ ਇਸ ਦੁਆ ਦੇ ਨਾਲ ਤੁਸੀਂ ਵੀ ਖੁਸ਼ ਰਹੋ, ਮੈਂ ਵੀ ਖੁਸ਼ ਰਹਾਂ, ਅੱਲਾ ਸਾਰਿਆਂ ਨੂੰ ਖੁਸ਼ ਰਹੇ। ਇਹ ਆਪਦੇ ਦੁਆ ਵਿੱਚ ਮੈਨੂੰ ਵੀ ਯਾਦ ਰੱਖਾ ਜੀ, ਮੈਂ ਵੀ ਤੁਹਾਨੂੰ ਦੁਆ ਵਿੱਚ ਯਾਦ ਰੱਖਾਂ। ਤਾਂ ਇਸ ਦੁਆ ਦੇ ਨਾਲ ਮੈਨੂੰ ਦਿਓ ਇਜਾਜ਼ਤ, ਆਪਦਾ ਬਹੁਤ ਸਾਰਾ ਖਿਆਲ ਰੱਖਾ ਜੇ, ਦੁਆ ਵਿੱਚ ਮੈਨੂੰ ਯਾਦ ਰੱਖਾ ਜੇ। ਅੱਲਾ ਹਾਫਿਜ਼।